शुभ मत प्रकाश, शुभ मत प्रकाश। गुरु हर राय नमो कर जूरी नमो कर। गुरु हर कृष्ण मनाए बहोर, मनाए बहोरी। तेग बहादुर परम कृपाला, कृपाला। गुरु गोबिंद सिंह विसाला, गुरु गोबिंद सिंह तरों तरापुर पुन पुन सी, पुन पुन सीसा। बंदों बार बार जगदी, बंदों बार बार जगदी। श्री गुरु ग्रंथ साहिब महाराज जी दे लगे हुए पावन दरबार विच सुभाएमान सत संगी जनों, महाराज बाणी दे विच कहिंदे ने, जदों तई मनुख अंतरीवी तौर ते निर्मल नहीं, अंतरीवी तौर ते साफ नहीं, अंदरों कुछ है बाहरों कुछ है, उदों तई वो परमात्मा दे दर ते प्रवान नहीं। अज दी दुनिया दे विच मनुख बाहरी तौर ते हसदा होया नज़र आउंदा है, बाहरी तौर ते सुंदर नज़र आउंदा है, पर महाराज बाणी च ही कहिंदे ने कई बार अंतरीवी तौर ते बहुत मैला हुंदा है। अंतरीवी तौर ते जो उहदी दिशा हुंदी है, अंतरीवी तौर ते जो विचार हुंदे ने वो बड़े माड़े हुंदे हैं। ਉਹਦੇ ਵਾਸਤੇ ਕਬੀਰ ਸਾਹਿਬ ਇੱਕ ਉਦਾਹਰਨ ਲੈਂਦੇ ਨੇ, ਕਹਿੰਦੇ ਜਿਵੇਂ ਜਿਹੜੇ ਕੰਨ ਹੁੰਦੇ ਨੇ, ਅਕਸਰ ਬੀਬੀਆਂ ਕੰਨਾਂ ਦੇ ਵਿੱਚ ਸੋਨੇ ਦੇ ਕੁੰਡਲ ਪਾਉਂਦੀਆਂ ਨੇ। ਕਹਿੰਦੇ ਜੇ ਕੰਨ ਸੜੇ ਹੋਏ ਹੋਣ ਤੇ ਉਹਨਾਂ ਦੇ ਵਿੱਚ ਸੋਨੇ ਦੇ ਕੁੰਡਲ ਪਾਏ ਹੋਣ ਫਿਰ ਉਹ ਸੋਹਣੇ ਨਹੀਂ ਲੱਗਦੇ। ਜਿਹਨਾਂ ਕੰਨਾਂ 'ਚ ਪਾਉਣਾ ਜੇ ਉਹ ਕੰਨ ਹੀ ਸੜੇ ਹੋਏ ਨੇ फिर उन्होंने सोने के कुंडलों का लाभ कोई नहीं। कबीर कंचन के कुंडल बने ऊपर लाल जड़ाओ, दिसा है दादे कान ज्यों जिनमुख ना ही नाओ। जे मनुख दे अंदर दया नहीं, खिमा नहीं, संतोख नहीं, धीरज नहीं, फिर बाहरी तौर पर भावें वड्डा राजा भी है पर अंदरों सड़दा होया नज़र आउंदा है, अंदरों अतृप्त नज़र आउंदा है, अंदरों भुखे दा भुखा रह जांदा है। यूनान दे विच ईरान इराक बड़ा वड्डे संत होए ने, जिथे चाइना विच होए ने। एक संत होया फिरदोशी। फिरदोशी नूं जिस दरबार विच वो दरबारी सी, उस दरबार दा राजा कहंदा है, हे फिरदोशी तू बड़ा आलम फाजल है, एवें कर दुनिया के इतिहास जो वड्डियां वड्डियां घटनावां होईयां ने, वड्डियां वड्डियां गल्लां होईयां ने, मैनूं लिख के दस, मैं वेखना चाहुंदा, पढ़ना चाहुंदा। फिर दोषी कहंदा राजा मैं लिख ते दियांगा, तेरे तो पढ़ियां नहीं जाणियां। लिखना मेरे वास्ते औखा नहीं, पर तेरे वास्ते पढ़ना औखा हो जाना है। कहंदा नहीं मैं पढ़ांगा, तू लिख के लिया। उन्हें बड़ी मेहनत दे नाल साल लग के, जिथे संत सी, बुद्धिमान सी, सारी कहानी लिखी। 10 किताबां दा सैट बना के राजे के सामने पेश किया। राजा ये दुनिया का जो वड्डियां वड्डियां घटनावां होईयां
ਮੁੱਖ ਮੁੱਖ ਘਟਨਾਵਾਂ ਉਹਨਾਂ ਬਾਰੇ ਮੈਂ ਲਿਖ ਕੇ ਲੈ ਕੇ ਆਇਆ। ਰਾਜਾ ਕਹਿੰਦਾ ਤੂੰ ਕਮਲਾ ਹੋ ਗਿਆ, ਮੈਂ ਏਡਾ ਵੱਡਾ ਰਾਜਾ, 10 ਕਿਤਾਬਾਂ ਪੜ੍ਹਨ ਦਾ ਮੇਰੇ ਕੋਲ ਟਾਈਮ ਹੈ ਨਹੀਂ, ਇਹ ਮੈਨੂੰ ਪ੍ਰਵਾਹ ਨਹੀਂ, ਜਾਂ ਛੋਟਾ ਕਰਕੇ ਲੈ ਕੇ ਆ। ਉਹ ਆਂਦਾ ਮੈਂ ਲੈ ਕੇ ਤੇ ਆਇਆ ਛੋਟਾ ਕਰਨ ਲਈ, ਪਰ ਮੇਰਾ ਮਨ ਗਵਾਹੀ ਨਹੀਂ ਸੀ ਭਰਦਾ, ਕਿਹੜੀ ਘਟਨਾਵਾਂ ਕੱਢਾਂ ਤੇ ਕਿਹੜੀਆਂ ਨਾ ਕੱਢਾਂ। ਫਿਰ ਵੀ ਮੈਂ ਰਾਜੇ ਦੀ ਮੂੜਮੱਤੀ ਦੇ ਸਾਹਮਣੇ ਉਹ ਘਟਨਾਵਾਂ ਕੱਟੀਆਂ ਤੇ 3 4 5 ਕਿਤਾਬਾਂ ਦਾ ਸੈੱਟ ਬਣਾ ਲਿਆ। ਫਿਰ ਰਾਜੇ ਸਾਹਮਣੇ ਲੈ ਕੇ ਗਿਆ। ਰਾਜਾ ਕਹਿੰਦਾ ਨਹੀਂ, ਇਹ ਵੀ ਪ੍ਰਵਾਹ ਨਹੀਂ, ਛੋਟਾ ਕਰ ਹੋਰ। ਕਹਿੰਦੇ ਫਿਰ ਮੈਂ ਫਿਰ ਦੁਬਾਰਾ ਆਇਆ। ਉਹ ਪੰਜਾਂ ਨੂੰ ਬੜਾ ਰੋ ਰੋ ਕੇ ਅਥਰੂਆਂ ਦੇ ਨਾਲ ਦੁਨੀਆ ਦੀਆਂ ਵੱਡੀਆਂ ਵੱਡੀਆਂ ਗੱਲਾਂ, ਵੱਡੇ ਵੱਡੇ ਮਹਾਂਪੁਰਖਾਂ ਦੀਆਂ ਗੱਲਾਂ ਕੱਢ ਕੇ ਇੱਕ ਕਿਤਾਬ ਬਣਾ ਲਈ। ਜਦੋਂ ਮੈਂ ਇੱਕ ਕਿਤਾਬ ਲੈ ਕੇ ਆਇਆ, ਰਾਜੇ ਦੇ ਸਾਹਮਣੇ ਲਿਖੀ, ਰਾਜਾ ਕਹਿੰਦਾ ਨਹੀਂ, ਹਜੇ ਵੀ ਇਹਦਾ ਵਿਸਤਾਰ ਜ਼ਿਆਦਾ ਹੈ, ਇਹ ਵੀ ਮੇਰੇ ਤੋਂ ਪੜ੍ਹਿਆ ਨਹੀਂ ਜਾਣਾ। ਫਿਰ ਦੋਸ਼ੀ ਕਹਿੰਦਾ ਹੈ ਰਾਜਾ ਹੁਣ ਤੇ ਮੈਂ ਇਹ ਕੱਟ ਨਹੀਂ ਸਕਦਾ, ਮੈਂ ਆਵਾਂਗਾ ਹੀ ਨਹੀਂ ਤੇ ਇੱਧਰ ਦਰਬਾਰ ਵਿੱਚ ਨਾ ਆਇਆ। ਅੰਤ ਨੂੰ ਉਹ ਰਾਜਾ ਮਰਨ ਦੀ ਸੇਜਾ ਤੇ ਆ ਗਿਆ, ਮਰਨ ਲੱਗਾ। ਕਹਿੰਦਾ ਫਿਰ ਦੋਸ਼ੀ ਨੂੰ ਬੁਲਾ ਕੇ ਲੈ ਕੇ ਆਓ। ਬੁਲਾ ਕੇ ਲਿਆਂਦਾ ਗਿਆ। ਫਿਰ ਦੋਸ਼ੀ ਦਰਬਾਰ ਦੇ ਵਿੱਚ ਆਇਆ। ਰਾਜਾ ਮਰਨੀ ਲੱਗਾ, ਅੰਤਮ ਸਵਾਸਾਂ ਤੇ ਹੈ। ਕਹਿੰਦਾ ਫਿਰ ਦੋਸ਼ੀ ਮੈਂ ਦੁਨੀਆ ਤੋਂ ਚੱਲਿਆ, ਮੈਨੂੰ ਬੜਾ ਮਾਖਤਾ ਹੈ, ਦੁਨੀਆ ਦਾ ਇਤਿਹਾਸ, ਦੁਨੀਆ ਦੀਆਂ ਵੱਡੀਆਂ ਵੱਡੀਆਂ ਘਟਨਾਵਾਂ ਤੈਨੂੰ ਲਿਖਣ ਵਾਸਤੇ ਮੈਂ ਦਿੱਤੀਆਂ ਸਨ, ਪਰ ਮੇਰੇ ਤੋਂ ਸੁਣੀਆਂ ਨਹੀਂ ਗਈਆਂ। ਮੈਂ ਹੁਣ ਚੱਲਿਆ, ਮੈਨੂੰ ਇਹ ਬੜਾ ਅਫਸੋਸ ਰਹੇਗਾ। ਉਹ ਕਹਿੰਦਾ ਰਾਜਾ ਤੈਨੂੰ ਹੁਣ 10 ਕਿਤਾਬਾਂ ਪੜ੍ਹਨ ਦੀ ਲੋੜ ਨਹੀਂ, ਤੇ ਤੈਨੂੰ ਇਹ ਅਤ੍ਰਿਪਤ ਰਹਿਣ ਦੀ ਵੀ ਲੋੜ ਨਹੀਂ। ਸਾਰੀ ਦੁਨੀਆ ਦਾ ਇਤਿਹਾਸ, ਸਾਰੀ ਦੁਨੀਆ ਦਾ ਨਿਚੋੜ ਮੈਂ ਤੈਨੂੰ ਇੱਕੋ ਗੱਲ ਵਿੱਚ ਦੱਸ ਦਿੰਦਾ, ਸਾਰੀਆਂ ਕਿਤਾਬਾਂ। ਕਹਿੰਦਾ ਦੱਸ ਦੇ। ਕਹਿੰਦਾ ਰਾਜਾ ਦੁਨੀਆ ਦਾ ਨਿਚੋੜ ਇਹ ਹੈ, ਦੁਨੀਆ ਤੇ ਲੋਕ ਰੋਂਦੇ ਹੋਏ ਆਉਂਦੇ ਨੇ, ਰੋਂਦੇ ਹੋਏ ਜਿਉਂਦੇ ਨੇ, ਅੰਤ ਨੂੰ ਤੇਰੇ ਜਿਵੇਂ ਰੋਂਦੇ ਹੋਏ ਮਰ ਜਾਂਦੇ ਨੇ। ਇਹ ਦੁਨੀਆ ਦਾ ਨਿਚੋੜ ਹੈ। ਜਿਸ ਦਿਨ ਜਨਮਿਆ ਸੀ ਉਸ ਦਿਨ ਰੋਇਆ, ਸਾਰੀ ਜ਼ਿੰਦਗੀ ਕਿਸੇ ਨਾ ਕਿਸੇ ਮੰਗ ਪਿੱਛੇ, ਇੱਕ ਮੰਗ ਪੂਰੀ ਹੋਈ ਦੂਜੀ ਪਿੱਛੇ ਰੋ ਪਿਆ, ਤੀਜੀ, ਸਾਰੀ ਉਮਰ ਰੋਣ ਦੇ ਵਿੱਚ ਹੀ ਨਿਕਲ ਗਈ। ਅੰਤ ਨੂੰ ਜਦੋਂ ਮਰਦਾ ਹੈ ਉਦੋਂ ਵੀ ਅਤ੍ਰਿਪਤੀ, ਡਰ ਦੇ ਵਿੱਚ, ਸਹਿਮ ਵਿੱਚ ਮਰਦਾ ਹੈ। ਮਨੁੱਖ ਜਿਉਂਦਾ ਵੀ ਰੋਂਦਾ ਹੈ। ਜਿਸ ਦਿਨ ਜੰਮਿਆ ਉਸ ਦਿਨ ਵੀ ਰੋਇਆ, ਜਿਸ ਦਿਨ ਮਰੇਗਾ ਰੋਂਦਾ ਹੀ ਚਲਾ ਜਾਏਗਾ। ਕੀ ਦੁਨੀਆ ਹੈ, ਦੁਨੀਆ ਵਿੱਚ ਕਰਨ ਕੀ ਆਏ ਆ, ਇਹਦੇ ਬਾਰੇ ਨਹੀਂ ਪਤਾ ਲੱਗਣਾ। ਇਸ ਬਾਰੇ ਇਹਨੂੰ ਨਹੀਂ ਪਤਾ ਲੱਗਣਾ। ਕਾਰਨ ਕੀ, ਕਦੇ ਇਹਨੇ ਗੁਰੂ ਦੀ ਗੱਲ ਮੰਨੀ ਨਹੀਂ। ਮਨੁੱਖ ਸਿਰਫ ਤੇ ਸਿਰਫ ਪਰਮਾਤਮਾ ਦੀਆਂ ਦਾਤਾਂ ਲੈਣੀਆਂ ਚਾਹੁੰਦਾ ਹੈ, ਉਹਦੀ ਗੱਲ ਮੰਨਣੀ ਨਹੀਂ ਚਾਹੁੰਦਾ। ਗੁਰੂ ਤੋਂ ਦਾਤਾਂ ਲੈਣੀਆਂ ਚਾਹੁੰਦਾ ਹੈ, ਉਹ ਕਹਿੰਦਾ ਕੀ ਹੈ, ਨਹੀਂ, ਉਹ ਨਹੀਂ ਮੰਨਣੀ। ਤੂੰ ਮੈਨੂੰ ਦਾਤ ਦੇ ਦੇ, ਬਾਕੀ ਦਿਮਾਗ ਕਹਿੰਦਾ ਮੇਰੇ ਵਿੱਚ ਹੈ, ਮੈਂ ਆਪਣੇ ਆਪ ਹੀ ਦੁਨੀਆ ਨਿਭਾ ਲਵਾਂਗਾ। ਇਸ ਕਰਕੇ ਮੈਂ ਕਈ ਵਾਰੀ ਸੋਚਦਾ ਹਾਂ, ਜੇ ਕੋਈ ਸਿੱਖ ਪਰਿਵਾਰ ਵਿੱਚ ਜਨਮ ਹੋਇਆ, ਉਹਦੇ ਵਿਆਹਾਂ ਦੇ ਕਾਰਜ ਗੁਰੂ ਦੇ ਅਨੁਸਾਰ ਨਹੀਂ ਹੁੰਦੇ। ਪੈਸਾ ਭਾਵੇਂ ਗੁਰੂ ਕੋਲੋਂ 70 ਵਾਰੀ ਕਰਵਾਇਆ, ਉਹਦੇ ਵਿਆਹਾਂ ਦੇ ਕਾਰਜ ਗੁਰੂ ਦੇ ਅਨੁਸਾਰ ਨਹੀਂ, ਉਹਦਾ ਰਹਿਣ ਸਹਿਣ ਗੁਰੂ ਦੇ ਅਨੁਸਾਰ ਨਹੀਂ। ਫਿਰ ਮੈਂ ਅੰਤ ਵਿੱਚ ਕਹਿ ਦਿਆਂ, ਜੇ ਉਹ ਦੁਖੀ ਹੈ, ਉਹਦੇ ਦੁਖੀ ਹੋਣ ਦਾ ਕਾਰਨ ਇਹ ਹੈ, ਉਹ ਗੁਰੂ ਦੇ ਅਨੁਸਾਰ ਨਹੀਂ। ਬਸ ਕਾਰਨ ਇਹ ਹੈ, ਉਹਦੇ ਦੁਖੀ ਹੋਣ ਦਾ ਕਾਰਨ ਇਹ ਹੈ। ਉਹਦਾ ਰਹਿਣ ਸਹਿਣ ਗੁਰੂ ਦੇ ਅਨੁਸਾਰ ਨਹੀਂ। ਬਾਣੀ ਕੀ ਕਹਿ ਰਹੀ ਹੈ, ਜੀਵਨ ਕਿੱਥੇ ਜਾ ਰਿਹਾ ਕੋਈ ਪਤਾ ਨਹੀਂ। ਜਪਜੀ ਸਾਹਿਬ ਕੀ ਕਹਿ ਰਿਹਾ ਕੋਈ ਪਤਾ ਨਹੀਂ। ਰਹਿਰਾਸ ਕੀ ਕਹਿ ਰਹੀ ਹੈ ਕੋਈ ਪਤਾ ਨਹੀਂ। ਗੁਰੂ ਤੇ ਬਾਰ-ਬਾਰ ਕਹਿੰਦਾ, ਉਹਦੇ ਸ਼ੁਕਰਾਨੇ ਵਿੱਚ ਰਹਿ ਕਹਿੰਦਾ ਨਹੀਂ, ਮੈਨੂੰ ਦਾਤਾਂ ਦੇ ਦੇ, ਬਾਕੀ ਦਿਮਾਗ ਮੇਰੇ ਕੋਲ ਹੈ। ਇਸ ਕਰਕੇ ਜਦੋਂ ਮਨੁੱਖ ਦੇ ਕੋਲ ਦਾਤਾਂ ਆ ਜਾਂਦੀਆਂ ਨੇ, ਸੁੱਖ ਆ ਜਾਂਦੇ ਨੇ, ਸੁੱਖਾਂ ਦੇ ਵਿੱਚ ਫਿਰ ਆਲਸ ਉੱਠਦਾ ਹੈ, ਫਿਰ ਵਿਕਾਰ ਖੜੇ ਹੁੰਦੇ ਨੇ। ਅਕਸਰ ਮਨੁੱਖ ਪਰਮਾਤਮਾ ਤੋਂ ਬਾਗੀ ਹੋ ਜਾਂਦੇ ਨੇ, ਕਥਾ ਕੀਰਤਨ ਤੋਂ ਬਾਗੀ, ਸਤ ਸੰਗਤ ਤੋਂ ਬਾਗੀ। ਕਾਰਨ ਕੀ, ਹੁਣ ਪਰਮਾਤਮਾ ਦੀ ਲੋੜ ਹੀ ਨਹੀਂ ਰਹੀ।
परमात्मा की तो इन्नी क लोड़ है, परमात्मा नूं ते मनुख समझदा है परमात्मा मेरा किते सर्वेंट है, नौकर है, बस मैं उन्होंने मंगा कही जावा वो मन्नी जाए, बस इन्नी गल है परमात्मा, इन्नी गल समझदा है। पर परमात्मा परमात्मा है, वो मालक है, मनुख उहदा नौकर है। वो सारियां गल्लां मन्ने, परमात्मा मनुख दी हरेक गल मन्ने, ये वास्ते उहदे ते कोई प्रतिबंध नहीं है। ये जरूरी नहीं है वो हरेक गल मन्नेगा, उन्होंने की लोड़ पई है। वो क्यों हरेक गल मन्ने? वो तो राजा है, राजियां नूं कोई किसी की परवाह नहीं। बाणी कहती वे परवाह है परमात्मा, उन्होंने कोई परवाह नहीं है किसी की। वो कोई महाराज बाणी दे विच कहंदे ने वो निरभौ है, वो निर्वैर भी है, डर भी किसी का नहीं, वैर भी किसी नाल नहीं। इस करके जदों तई मनुख की जिंदगी गुरु दे परमात्मा दे अनुसार नहीं, उहदे हुक्म दे विच नहीं है, परेशान रहेगा। अंदर क्रोध रहेगा, ईर्खा रहेगी, द्वेष रहेगा, जलदा रहेगा, कदे किसे नाल सड़दा रहिंदा है, कदे किसे नाल सड़दा रहिंदा, कदी किसे दे नाल ईर्खा करदा है, कदी किसे नाल ईर्खा करदा है। कारण की? सिर्फ कारण इन्ना है, अतृप्ति अंदर ज्ञान नहीं है, अज्ञानता है। और मैं उस दिन भी आप सामने बेनती की है, जे मनुख नूं दुख ने, जे इस नूं कोई रोग है, ये वास्ते मत जिंदगी विच जानना कोई जिम्मेवार दूजा है, नहीं, बाणी नहीं मनदी। जे जिंदगी विच रोग ने, ये वास्ते परमात्मा जिम्मेवार नहीं है। वो क्यों जिम्मेवार है? महाराज बाणी दे विच कहंदे नहीं, जिम्मेवार तू खुद है, अपनी जिंदगी का जिम्मेवार मनुख खुद है। महाराज ताई कहते ने दद्दा दोष ना देऊं किसे, दोष कर्मा अपने, अपने कर्मा नूं दोष दे। जो मैं किया सो मैं पाया, दोष ना दीजै अवर जना, किसी होर नूं दोष ना दई। भाई गुरदास जी कहते दिता लईए अपना, अण दिता किछ हथ ना आवे। इस धरती दे उत्ते जो कुछ मनुख कर रहे हैं, हरेक किते होए कर्म का इनू फल जरूर मिलता है। ताई जिन्ने भी महापुरख होए ने, दुनिया के जिन्ने भी वड्डे वड्डे संत होए ने, एक गल ते सारे सहमत ने, केड़ी? अपने कर्मां वल ध्यान दवो। हरेक, भावें कोई रब नूं मनदा है, भावें नहीं मनदा, हरेक एक गल ते सारे ही आके खलो जाते ने, हे मनुख, जे तू गुरु के अनुसार चलेगा, जो तेनों गुरु की बाणी कहती है, कथा दे विच आउणा, सतसंगत करना, सवेरे शाम परमात्मा की बंदगी करनी, यही तो गुरु कहता, होर तो कुछ कहता ही नहीं। ना तो यह कदी कहता तू मैनू आके वड्डे वड्डे करोड़ों रुपये दे जा, ये तो कदी मंगे ही नहीं। उत्थे आप ये गल कहते हैं, गुरु नानक साहब महाराज कहते हैं, परमात्मा ठीक है, मैं ये नहीं कहता तू मैनू वड्डे घर ना दे, कहना दे दे, पर मैं एक गल होर भी कहांगा, वड्डे घर भी दे, पर वड्डियां घरां विच रह के वड्डियां वड्डियां पोस्टां भी दे, पर उन्हां ते बह के मैं किते तेनू ना भुल जावां, अन्याय दी कलम मैं किते अपने हथ विच ना फड़ लवां। दुनिया दा एक वड्डा फिलोसफर होया है सुकरात, उन्होंने सज़ा दी गई मारन दी, मृत्यु की सज़ा उन्होंने मिली, मृत्यु दंड। उन्होंने जदों मारन लगे, कहते तू मरन लगे हैं कि तेनू अपनी जिंदगी में शौक नहीं है, तू मरन लगे? कहते नहीं, कमाल का बंदा है, मरन लगे हैं शौक नहीं है। कहते मैनू ये नहीं, मैं मर जावांगा, शौक मैनू ये है कि मेरी जिंदगी बेईमानी ते बेइंसाफी विच ना निंगे, बस ये मैनू शौक है, और मैनू जिंदगी विच ये नहीं, मेरी जिंदगी विच मैं मर जाना है। कहता मरना तो सारिया नहीं है, असल गल तो यह है, पर जिंदगी दे विच जे बेईमानी विच मरिया, जिंदगी दे बेईमानी दे विच गई, फिर मैं ऐसी जिंदगी का कुछ नहीं करना। सो इस करके साध संगत गुरु दे विच, गुरबाणी दे विच महाराज साहब जी कहते हैं, कहते जेड़े मनुख मूँह जोर होके चलते हैं, सिर्फ अपने अनुसार चलते हैं, उन्होंने मारां जरूर पैंदियां ने। जेड़े किसी गुरु की गल ते नहीं चलते, सिर्फ पदार्थ कोल ने, वरतने अपनी मर्जी नाल ने। मैं उस दिन भी ये गल कही सी, साध संगत
ਜੇ ਪਰਮਾਤਮਾ ਨੇ ਮਨੁੱਖ ਨੂੰ ਪੈਸਾ ਦਿੱਤਾ ਹੈ, ਜੇ ਇਸ ਨੂੰ ਕੋਈ ਦੌਲਤ ਤੇ ਸ਼ੋਹਰਤ ਦਿੱਤੀ ਹੈ, ਮਤਾ ਕਿਤੇ ਇਸ ਦਾ ਗਲਤ ਯੂਜ਼ ਕਰ ਲਈ।